भारत माता की भारत माता की 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਐਮਐਲਏ ਸੁਖਜਿੰਦਰ ਰੰਧਾਵਾ ਵੱਲੋਂ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕੋਰੀਡੋਰ ਇੰਡੋ-ਪਾਕ ਸਰਹੱਦ ਤੋਂ ਸ਼ੁਰੂ ਕਰਦੇ ਹੋਏ ਪੂਰੇ ਡੇਰਾ ਬਾਬਾ ਨਾਨਕ ਵਿੱਚੋਂ ਦੀ ਹੁੰਦੇ ਹੋਏ ਕੱਢੀ ਗਈ। ਇਸ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮੌਜੂਦ ਰਹੇ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਤਿਰੰਗੇ ਹਵਾ ਵਿੱਚ ਲਹਿਰਾਉਂਦੇ ਦਿਖਾਈ ਦਿੱਤੇ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਤਿਰੰਗੇ ਦਾ ਸਨਮਾਨ ਅਸੀਂ ਨਵਾਂ ਨਹੀਂ ਕਰਨ ਲੱਗੇ। ਤਿਰੰਗੇ ਦਾ ਸਨਮਾਨ ਤਾਂ ਸ਼ੁਰੂ ਤੋਂ ਹੀ ਸਾਡੇ ਦਿਲਾਂ ਦੇ ਅੰਦਰ ਵਸਿਆ ਹੋਇਆ। ਸਾਡੇ ਬਜ਼ੁਰਗਾਂ ਨੇ ਆਪਣੀ ਜਾਨਾਂ ਦੀ ਆਹੂਤੀ ਦੇ ਕੇ ਇਹ ਆਜ਼ਾਦੀ ਅਤੇ ਤਿਰੰਗੇ ਦਾ ਸਨਮਾਨ ਹਾਸਲ ਕੀਤਾ ਸੀ ਤੇ ਅਸੀਂ ਇਹ ਸਨਮਾਨ ਕਿਵੇਂ ਭੁਲਾ ਸਕਦੇ ਹਾਂ। ਉੱਥੇ ਰੰਧਾਵਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਭਾਜਪਾ ਦੇ ਲੀਡਰ ਦੱਸਣ ਕਿ ਉਹਨਾਂ ਦੇ ਕਿਸ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹਾਦਤ ਦਿੱਤੀ ਹੈ। ਭਾਜਪਾ ਦੇ ਕਹਿਣ ਤੇ ਅਸੀਂ ਦੇਸ਼ ਭਗਤ ਨਹੀਂ ਬਣਨਾ। ਦੇਸ਼ ਭਗਤੀ ਪਹਿਲਾਂ ਤੋਂ ਹੀ ਸਾਡੇ ਖੂਨ ਵਿੱਚ ਹੈ। ਮੋਦੀ ਇਹ ਦੱਸਣ ਕਿ ਪਿਛਲੇ 8 ਸਾਲ ਉਹਨਾਂ ਨੂੰ ਤਿਰੰਗਾ ਕਿਉਂ ਨਹੀਂ ਯਾਦ ਆਇਆ। ਹੁਣ ਜਦ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੂੰ ਵੀ ਤਿਰੰਗਾ ਯਾਦ ਆ ਗਿਆ। ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸਪੀਜੀਸੀ ਵੱਲੋਂ ਦਿੱਤੇ ਜਾ ਰਹੇ ਮੰਗ ਪੱਤਰਾਂ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਇਹਨਾਂ ਨੂੰ ਬੰਦੀ ਸਿੰਘਾਂ ਤੇ ਸਿਵਾਏ ਸਿਆਸਤ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ। ਜਦੋਂ ਮੈਂ ਗ੍ਰਹਿ ਮੰਤਰੀ ਸੀ ਤਾਂ ਉਸ ਵੇਲੇ 7 ਬੰਦੀ ਸਿੰਘਾਂ ਰਿਹਾ ਕੀਤੇ ਸੀ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿੱਠੀ ਲਿਖੀ ਸੀ। ਰਾਜਵਾਨੇ ਦੀ ਰਿਹਾਈ ਤਾਂ ਦੂਰ, ਕੇਜਰੀਵਾਲ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਸੀ। ਵਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਪੁੱਛੇ ਗਏ ਸਵਾਲ ਤੇ ਰੰਧਾਵਾ ਨੇ ਕਿਹਾ ਕਿ ਆਪ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਇਹ ਗੇਮ ਖੇਡ ਰਹੇ ਹਨ। 4 ਮਹੀਨੇ ਤੋਂ ਆਪ ਦੀ ਸਰਕਾਰ ਹੈ, ਇਹਨਾਂ ਵੱਲੋਂ ਕਿਉਂ ਮਜੀਠੀਆ ਕੇਸ ਦੀ ਪੈਰਵਾਈ ਨਹੀਂ ਕੀਤੀ। ਬਿਊਰੋ ਰਿਪੋਰਟ KRT ਨਿਊਜ਼ ਨੈਟਵਰਕ। ਅੱਜ ਬੜਾ ਹਮੇਸ਼ਾ ਹੀ ਇਹ ਜਿਹੜਾ ਬਾਰਡਰ ਆ ਡੇਰਾ ਬਾਬਾ ਨਾਨਕ, ਜੇ ਇੱਥੋਂ ਆਪਾਂ ਪੁਰਾਣਾ ਇਤਿਹਾਸ ਵੇਖੀਏ, ਜਿਸ ਵੇਲੇ ਭਾਰਤ ਪਾਕ ਦੀ ਵੰਡ ਹੋਈ ਤੇ ਇੱਥੇ ਜਿਹੜਾ ਪੁਲ ਸੀਗਾ ਸਭ ਤੋਂ ਵੱਧ ਜੇ ਕੋਈ ਕਤਲੇਆਮ ਹੋਇਆ ਤੇ ਇਸ ਪੁਲ ਦੇ ਉੱਤੇ ਰਾਵੀ ਦਰਿਆ ਦੋਨਾਂ ਪਾਸਿਆਂ ਤੋਂ ਹੀ ਜਿਹੜੀਆਂ ਗੱਡੀਆਂ ਹੁੰਦੀਆਂ ਸੀ ਇਹ ਲਾਸ਼ਾਂ ਨਾਲ ਭਰ ਗਿਆ ਸੀ। ਇਹ ਜਿਹੜਾ ਤਿਰੰਗਾ ਇਹ ਬਹੁਤ ਮੁਸ਼ਕਲ ਮਿਲਿਆ, ਆਜ਼ਾਦੀ ਬੜੀ ਮੁਸ਼ਕਲ ਮਿਲੀ ਆ। ਅੱਜ ਕੋਈ ਇਹ ਕਵੇ ਕਿ ਅਸੀਂ ਜੀ ਤਿਰੰਗਾ ਯਾਤਰਾ ਕੱਢਣੀ ਆ ਜਾਂ ਕੋਈ ਹੋਰ ਕਰਨੀ, ਤਿਰੰਗਾ ਤੇ ਦਿਲਾਂ 'ਚ ਵਸ ਗਿਆ। ਇਸ ਤਿਰੰਗੇ 'ਚ ਤੁਸੀਂ ਜਦੋਂ ਤੋਂ ਚੰਗੀ ਪਿੰਡ ਤੋਂ ਲੈ ਕੇ ਬਟਾਲੇ ਤੱਕ ਜਾਂ ਗੁਰਦਾਸਪੁਰ ਤੱਕ ਉਹ ਲੂਣੇ ਪਿੰਡ ਤੱਕ ਜਾਓ ਤੇ ਇੱਥੇ ਉਹ ਦੇਸ਼ ਭਗਤ ਨੇ ਜਾਂ ਤੀਜੇ ਵੀਲੇ ਪਿੰਡ ਦੇ ਜੇ 22 ਇੱਕ ਪਿੰਡ ਦੇ ਦੇਸ਼ ਭਗਤ ਹੋਏ ਨੇ, ਇਹ ਉਹ ਦੇਸ਼ ਭਗਤ ਨੇ ਜਿਨ੍ਹਾਂ ਨੇ ਆਪਣੇ ਖੂਨ ਨਾਲ ਜਿਹੜਾ ਤਿਰੰਗਾ ਰੰਗਿਆ ਸੀ। ਅੱਜ ਅਸੀਂ ਇਸ ਕਰਕੇ ਕੀਤੇ ਕਿ ਅਸੀਂ ਆਪਣੇ ਅੰਤਰਾਤਮਾ ਵੱਲ ਵੇਖੀਏ ਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ, ਜਿਹੜੀ ਇਹ ਰਾਵੀ ਖੂਨ ਦੇ ਨਾਲ ਭਰੀ ਜਾਂਦੀ ਸੀ, ਉਸ ਆਜ਼ਾਦੀ ਨੂੰ ਬਰਕਰਾਰ ਕਿਵੇਂ ਰੱਖਣਾ। ਅੱਜ ਸੰਪਰਦਾਇਕ ਜਿਹੜੀਆਂ ਤਾਕਤਾਂ ਨੇ ਉਹ ਫੇਰ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਸ ਵੇਲੇ ਵੀ ਹਿੰਦੂ ਸਿੱਖ ਜਾਂ ਮੁਸਲਮਾਨ ਜਿਹੜਾ ਵਿਵਾਦ ਚੱਲਿਆ ਸੀ ਉਹਦੀ ਬੜੀ ਵੱਡੀ ਕੁਰਬਾਨੀ ਦੇਣੀ ਪਈ ਸਨ। ਤੇ ਉਹ ਸਾਹਮਣੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ, ਇੱਥੇ ਗੁਰੂ ਨਾਨਕ ਸਾਹਿਬ ਨੇ ਊਚ ਨੀਚਤਾ ਖਤਮ ਕੀਤੀ ਸੀ। ਇੱਥੇ ਉਹਨਾਂ ਨੇ ਕਿਸਾਨੀ ਦਾ ਹੋਕਾ ਦਿੱਤਾ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਇੱਥੇ ਕਿਹਾ ਸੀ ਤੇ ਇੱਕ ਪੰਗਤ ਲਾ ਕੇ ਉਹਦੇ ਸੰਗਤ ਦੇ ਰੂਪ 'ਚ ਹਰ ਜਾਤੀ ਦਾ ਜਿਹੜਾ ਸੀ ਉਹਨੇ ਉੱਥੇ ਪ੍ਰਸ਼ਾਦਾ ਛਕਿਆ। ਅਸੀਂ ਆਪਣੇ ਬਾਬੇ ਨਾਨਕ ਦੀਆਂ ਪਰੰਪਰਾਵਾਂ, ਆਪਣੇ ਦੇਸ਼ ਦੀਆਂ ਪਰੰਪਰਾਵਾਂ, ਆਪਣੇ ਸੱਭਿਆਚਾਰ ਨੂੰ ਅਸੀਂ ਛੱਡ ਰਹੇ। ਅੱਜ ਜੇ ਕੋਈ ਇਹ ਕਵੇ, ਜੇ ਕੋਈ ਕਾਂਗਰਸ ਨੂੰ ਇਹ ਕਵੇ ਕਿ ਤੁਹਾਨੂੰ ਆਪਣੀ ਦੇਸ਼ ਭਗਤੀ ਦੀ ਮੈਂ ਉਹਦੇ 'ਤੇ ਕਹਿੰਦਾ ਕਿ ਇਹ ਜਿਹੜੇ ਰਾਜ ਅੱਜ ਕੱਲ੍ਹ ਕਰ ਰਹੇ ਨੇ ਥੱਲੇ ਜਾਂ ਉੱਤੇ, ਇਹ ਤਾਂ ਦੱਸਣ ਕਿ ਇਹਨਾਂ ਦੇ ਪਰਿਵਾਰਾਂ ਨੇ ਅੱਜ ਤੱਕ ਕਿਹੜੀ ਦੇਸ਼ ਦੀ ਆਜ਼ਾਦੀ ਜਾਂ ਉਸ ਟਾਈਮ ਦੇ ਵਿੱਚ ਕੀ ਉਹਨਾਂ ਨੇ ਘਾਲਣਾ ਘਾਲੀਆਂ। ਇਤਿਹਾਸ, ਜਿਹੜੀਆਂ ਕੌਮਾਂ ਜਾਂ ਜਿਹੜੇ ਦੇਸ਼ ਆਪਣਾ ਇਤਿਹਾਸ ਭੁੱਲ ਜਾਂਦੇ ਨੇ ਉਹ ਕਦੀ ਤਰੱਕੀ ਨਹੀਂ ਕਰਦੇ। ਇਹ ਕਰਨਾ ਕਿ ਅਸੀਂ ਜੇ ਕਰ ਦਾਂਗੇ ਉਹ ਕਰ ਦਿਆਂਗੇ, ਇਹ ਚੀਜ਼ਾਂ ਨਹੀਂ। ਇਹ ਸਾਡੇ ਜਿਹੜੇ ਦੇਸ਼ ਭਗਤ ਨੇ ਉਹਨਾਂ ਆਜ਼ਾਦੀ ਲਈ ਸੀ ਜੇ ਅਸੀਂ ਦੇਸ਼ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਹਾਂ, ਨਾ ਕਿ ਉਹਨੂੰ ਫਿਰ ਗੁਲਾਮ। ਰੰਧਾਵਾ ਸਾਹਿਬ ਇੱਥੋਂ ਬਚਪਨ ਕੱਢਿਆ, ਪਿੰਡ ਨਹੀਂ ਛੱਡ ਕੇ ਵੱਡੇ ਰੰਧਾਵਾ ਸਾਹਿਬ ਬੜੇ ਵੱਡੇ ਅਹੁਦਿਆਂ 'ਤੇ ਰਹੇ, ਪਰ ਤੁਸੀਂ ਇੱਥੇ ਪਹਿਲਾਂ ਤਾਂ ਬਚਪਨ ਦੀ ਕੋਈ ਉਹ ਯਾਦ ਜਦੋਂ ਦੇਸ਼ ਦੀ ਵੰਡ ਹੋਣ ਤੋਂ ਬਾਅਦ ਕਦੀ ਐਸਾ? ਮੈਂ ਦੇਸ਼ ਦੀ ਵੰਡ ਹੋਣ ਤੋਂ ਮੈਂ ਉਦੋਂ ਚਲੋ ਮੇਰਾ ਤਾਂ ਹੈ ਹੀ 59 ਤੇ ਮੇਰਾ ਬਰਥ ਆ, ਪਰ ਇੱਕ ਚੀਜ਼ ਮੈਂ ਜ਼ਰੂਰ ਵੇਖੀ ਕਿ ਜਦੋਂ 71 ਦੀ ਵਾਰ ਹੋਈ ਸੀ
ਤੇ ਜਿਹੜਾ ਪੁਲ ਜਿਹੜਾ ਸੀ ਉਹਨੂੰ ਜਦੋਂ ਕੈਪਚਰ ਕੀਤਾ, ਉਸ ਵੇਲੇ ਮੇਰੇ ਫਾਦਰ MLA ਸੀਗੇ। ਕਰਨਲ ਸੰਧੂ ਹੁਣ ਬਾਅਦ 'ਚ ਬ੍ਰਿਗੇਡੀਅਰ, ਉਹਨਾਂ ਦੀ ਡੈਥ ਹੋ ਗਈ। 10 ਡੋਗਰਾ ਇੱਥੇ ਹੁੰਦੀ ਸੀ, ਉਹਨਾਂ ਦੇ ਟਾਈਮ ਤੇ ਉਹ ਪੁਲ ਜਿਹੜਾ ਕਬਜ਼ਾ ਕੀਤਾ। ਮਹਿੰਗਾ ਰਾਮ ਉਸ ਟਾਈਮ ਦਾ ਗਵਾਹ ਵਾ। ਇਹ ਉਸ ਟਾਈਮ ਸੀ ਬਾਬਾ ਅਮਰੀਕ ਸਿੰਘ ਦਾ ਬੇਟਾ ਇੱਥੇ ਹੋਣਾ, ਬੰਟੂ, ਉਹ ਕਰਨਲ ਸੰਧੂ ਹੀ, ਉਹ ਬਾਬਾ ਬੰਟੂ, ਉਹਦੇ ਪਿਤਾ ਜੀ ਦੀ ਦੁਕਾਨ ਹੁੰਦੀ ਸਰਦਾਰ ਅਮਰੀਕ ਸਿੰਘ ਦੀ। ਉਸ ਵੇਲੇ ਤਿਰੰਗਾ ਨਹੀਂ ਸੀ ਲੱਭ ਰਿਹਾ ਕਿ ਤਿਰੰਗਾ ਜਾ ਕੇ ਪੁਲ ਤੇ ਚੜਾਉਣਾ। ਤੇ ਇਹ 4 ਔਰ 5 ਦੀ ਰਾਤ ਆ, ਮੈਨੂੰ ਅਜੇ ਤੱਕ ਯਾਦ ਆ। ਅਸੀਂ ਵੀ ਆਏ ਸੀ ਸਵੇਰੇ ਤੇ ਕਹਿੰਦੇ ਬੱਚੇ ਨਹੀਂ ਜਾਣ ਦੇਣੇ ਉੱਥੇ, ਕਿਉਂਕਿ ਜਿਸ ਵੇਲੇ ਤਿਰੰਗਾ ਚੜਾਉਣਾ ਉੱਥੇ, ਉਸ ਵੇਲੇ ਪਾਕਿਸਤਾਨ ਨੇ ਚੜਾਉਣ ਨਹੀਂ ਦੇਣਾ ਤੇ ਅਸੀਂ ਚੜਾਉਣਾ। ਤੇ ਉਸ ਵੇਲੇ ਉਹਦੀ ਦੁਕਾਨ ਤੋਂ, ਸਰਦਾਰ ਅਮਰੀਕ ਸਿੰਘ ਦੀ ਦੁਕਾਨ ਤੋਂ ਕੱਪੜਾ ਲਿਆ 3 ਰੰਗਾ। ਇੱਕ ਨਰਾਇਣ ਸਿੰਘ ਕੇ ਪਤਾ ਨਹੀਂ ਦਰਜੀ ਹੁੰਦਾ ਸੀ, ਉਹ ਆਪਣੀ ਮਸ਼ੀਨ ਚੁੱਕਣ ਆਇਆ ਸੀ, ਕਹਿੰਦਾ ਮੇਰੀ ਤੇ ਰੋਜੀ ਰੋਟੀ ਇਹੋ ਹੈ ਤੇ ਹੁਣ ਸਾਰਾ ਸ਼ਹਿਰ ਕੇ ਉਹਨੇ ਤਿਰੰਗਾ ਸੀਤਾ, ਨੀਲੀ ਸ਼ਾਹੀ ਲੈ ਕੇ ਵਿੱਚ ਅਸ਼ੋਕ ਚੱਕਰ ਬਣਾਇਆ ਤੇ ਉਹ ਝੰਡਾ ਜਾ ਕੇ ਕਰਨਲ ਸੰਧੂ ਤੇ ਉਦੋਂ ਵੇਲੇ ਗੌਰੀ ਸ਼ੰਕਰ ਹੁੰਦੇ ਸੀ ਬ੍ਰਿਗੇਡ ਕਮਾਂਡਰ। ਅੱਜ ਦੇ ਉਹਨਾਂ ਲੀਡਰਾਂ ਨੂੰ ਕਹੋਗੇ ਜਿਹੜੇ ਕਹਿੰਦੇ ਨੇ ਕਿ ਜਿਹਦੇ ਘਰ ਦੇ ਉੱਤੇ ਤਿਰੰਗਾ ਨਹੀਂ ਲੱਗਾ ਹੋਏਗਾ ਉਹਦੇ 'ਚ ਦੇਸ਼ ਭਗਤੀ ਨਹੀਂ ਹੋਏਗੀ? ਮੈਂ ਤੇ ਤੁਹਾਨੂੰ ਸਭ ਤੋਂ ਵੱਡੀ ਦੱਸ ਦਿੱਤੀ ਕਿ ਮੈਂ ਆਪ ਆਇਆ, ਸਾਨੂੰ ਉੱਥੇ ਖੜਾ ਰੱਖਿਆ ਕਿ ਬੱਚੇ ਨਹੀਂ ਜਾਣਗੇ। ਤੇ ਮੈਨੂੰ ਇਹ ਵੀ ਯਾਦ ਆ ਕਿ ਉਸ ਵੇਲੇ ਬਾਅਦ 'ਚ ਜਦੋਂ ਅਸੀਂ ਪੁਲ ਕੈਪਚਰ ਕਰ ਲਿਆ ਤੇ ਵੇਖਣ ਗਿਆ, ਸਾਡੇ ਇੱਥੇ ਇੱਕ ਮਿਸਟਰ ਕੱਕੜ ਹੁੰਦੇ ਸੀ STM, ਅਸੀਂ ਸਾਰੇ ਉਹ ਪੁਲ ਵੇਖਣ ਗਏ ਆ ਤੇ ਮਾਈਂਸ ਲੱਗੇ ਸੀ ਤੇ ਉਹਦੀ ਵਾਈਫ ਦੀ ਮਾਈਂਸ ਦੇ ਨਾਲ ਲੱਤ ਵੀ ਉੱਡ ਗਈ ਸੀ। ਤੇ ਯਾਰ ਇਹ ਤਾਂ ਤੁਹਾਡੀ ਦੇਸ਼ ਭਗਤੀ ਕਿਹੜੀ ਆ? ਇਹ ਤਾਂ ਅਖੌਤੀ ਦੇਸ਼ ਭਗਤ ਨੇ ਜਿਨ੍ਹਾਂ ਵੇਖਿਆ ਹੀ ਕੱਖ ਨਹੀਂ। ਸਾਹਿਬ ਇੱਕ ਪਾਸੇ ਜਿੱਥੇ ਕੇਂਦਰ ਕਹਿ ਰਹੀ ਹੈ ਕਿ ਘਰ ਘਰ ਤਿਰੰਗਾ ਲਹਿਰਾਇਆ ਜਾਵੇ, ਉੱਥੇ ਹੀ ਸਰਕਾਰਾਂ ਸਰਕਾਰੀ ਅਧਿਕਾਰੀਆਂ ਨੂੰ ਕਹਿ ਰਹੇ ਨੇ ਕਿ ਖੁਦ ਝੰਡੇ ਖਰੀਦਣ ਤੇ ਲੋਕਾਂ ਨੂੰ ਦੇਣ। ਕੀ ਸਮਝਦੇ ਹੋ? ਮੇਰੀ ਗੱਲ ਸੁਣੋ, ਆਹ ਜਿਹੜੇ ਇੱਧਰ ਨੂੰ ਇੱਕ ਵਾਰ ਤੁਸੀਂ ਨਜ਼ਰ ਮਾਰੋ, ਇਹ ਤਿਰੰਗੇ ਆਪਣੇ ਲੈ ਕੇ ਆਏ ਨੇ। ਤਿਰੰਗੇ ਕਦੀ ਵੀ, ਮੈਂ ਪਿੱਛੇ ਮੈਨੂੰ 1-2 ਵਾਰੀ ਅਮਰੀਕਾ ਜਾਣ ਦਾ ਮੌਕਾ ਮਿਲਿਆ, ਉਹਨਾਂ ਦੇ ਇੰਡੀਪੈਂਡੈਂਸ ਡੇ 'ਤੇ ਹਰ ਘਰ ਦੇ ਉੱਤੇ ਝੰਡਾ ਸੀ। ਦੇਸ਼ ਭਗਤੀ ਉਹ ਹੁੰਦੀ ਹੈ, ਨਾ ਕਿ ਸਰਕਾਰਾਂ ਕਹਿਣ। ਕਿਉਂ ਲੋੜ ਪਈ ਆ 8 ਸਾਲ, ਕਿਉਂ ਨਹੀਂ ਮੋਦੀ ਨੂੰ ਲੋੜ ਪਈ ਕਹਿਣ ਦੀ ਕਿ ਹਰ ਘਰ 'ਤੇ ਇਲੈਕਸ਼ਨ ਆ ਗਈ ਨੇੜੇ ਤੇ ਹੁਣ ਦੱਸ ਲੱਗਾ ਦੇਸ਼ ਭਗਤੀ ਸਾਡੇ 'ਚ ਸਾਡੇ ਖੂਨ 'ਚ ਆ, ਨਾ ਕਿ ਇਹਦੇ 'ਚ ਸਰਕਾਰਾਂ ਆਉਣੀਆਂ ਜਿਹੜੀਆਂ ਵੱਖਰੀ ਗੱਲ ਆ। ਪਰ ਜਿੱਥੇ ਆਪਾਂ ਖੜੇ ਆ, ਅੱਜ ਜਿੰਨੇ ਬੰਦੇ ਇੱਥੇ ਖੜੇ ਨੇ ਡੇਰਾ ਬਾਬਾ ਨਾਨਕ ਵਾਲੇ, ਇਹਨਾਂ ਨੂੰ ਪਤਾ 71 ਦੀ ਲੜਾਈ 'ਚ ਵੀ ਆਣ ਕੇ ਥਾਣੇ 'ਚ ਬੰਬ ਡਿੱਗਾ ਸੀ ਤੇ ਉਸੇ ਸਾਡੀ ਪੂਰੀ ਪੁਲਿਸ ਉੱਥੇ ਰਹੀ ਸੀ। ਉਹਨਾਂ ਦੇਸ਼ ਭਗਤਾਂ ਨੂੰ ਕਿੱਦਾਂ ਆਪਾਂ ਭੁੱਲ ਸਕਦੇ? ਇੱਕ ਗੋਲੀ ਨਹੀਂ ਕਿਸੇ ਨੂੰ ਲੱਗੀ। ਕਰਨਲ ਸੰਧੂ ਨੂੰ ਸੁਣੋ, ਕਰਨਲ ਸੰਧੂ ਦੀ ਲੱਤ 'ਚ ਗੋਲੀ ਲੱਗ ਗਈ। ਮੇਰੇ ਫਾਦਰ ਨੇ ਕਿਹਾ ਕਿ ਕਰਨਲ ਸਾਹਿਬ ਇਹ ਜਾ ਕੇ ਖੂਨ ਗੋਲੀ ਕਢਵਾਓ। ਕਹਿੰਦੇ ਰੰਧਾਵਾ ਸਾਹਿਬ, ਜਾਂ ਤੇ ਡੇਰਾ ਬਾਬਾ ਨਾਨਕ ਦੀ ਧਰਤੀ 'ਚ, ਬਾਬੇ ਨਾਨਕ ਦੀ ਧਰਤੀ 'ਚ ਇੰਨਾ ਜ਼ੋਰ ਆ ਤੇ ਜਾਂ ਉਹਨਾਂ ਦਾ ਅਸਲਾ ਇੰਨਾ ਕਮਜ਼ੋਰ ਸੀ ਕਿ ਮੇਰੀ ਹੱਡੀ ਨੂੰ ਨਹੀਂ ਚੀਰ ਸਕੀ। ਤੇ ਇਹ ਜਜ਼ਬਾ ਹੁੰਦਾ। ਤੇ ਜੇ ਇਹ ਕਹਿੰਦੇ ਝੰਡਾ ਲਾ ਦਿਓ, ਜਾ ਕੇ ਕਰ ਦਿਓ, ਇਹਨਾਂ ਨੂੰ ਮੈਂ BJP ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਦੱਸੋ ਤਾਂ ਸਹੀ, ਕੋਈ ਪੂਰੀ ਪਾਰਲੀਮੈਂਟ 'ਚ ਬਾਂਹ ਖੜੀ ਕਰਕੇ ਦੱਸੋ ਕਿ ਕਿਹੜੇ ਤੁਹਾਡੇ ਪਰਿਵਾਰਾਂ ਨੇ ਜਾ ਕੇ ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਂ ਆਜ਼ਾਦੀ ਦੀ ਲਹਿਰ 'ਚ ਹਿੱਸਾ ਪਾਇਆ। ਇਹ ਤਾਂ ਦੱਸਣਾ ਬਣਦਾ ਕਿ ਨਹੀਂ? ਤਾਂ ਹੀ ਹੋਏਗਾ ਜਜ਼ਬਾ ਜੇ ਸਾਡੇ ਖੂਨ 'ਚ ਹੋਏਗੀ। ਜੇ ਸਾਡੇ ਕੋਈ ਘਰ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਗਿਆ ਕਿ ਯਾਰ ਕੌਣ ਭੁੱਲ ਸਕਦਾ ਚੰਗੀ ਵਾਲੇ ਨੂੰ, ਉਹਦਾ ਮੇਰਾ ਪੋਤਰਾ ਉਹਨਾਂ ਦਾ ਮੇਰੇ ਨਾਲ ਗਨਮੈਨ ਆ, ਕੌਣ ਭੁੱਲ ਸਕਦਾ ਵਾਸਦੇਵ ਸਿੰਘ ਨੂੰ, ਜਾਂ ਜਿਹਨੇ 22 ਸਾਲ ਜਾਂ ਸਾਰੀ ਜ਼ਿੰਦਗੀ ਜੇਲ੍ਹ 'ਚ ਕੱਟ ਲਈ ਹੋਏ, ਕੌਣ ਭੁੱਲ ਸਕਦਾ ਤੇਜਾ ਸਿੰਘ ਸੁਤੰਤਰ ਨੂੰ, ਲੂਣੇਵਾਲੇ ਨੂੰ, ਕੌਣ ਰਾਮ ਸਿੰਘ ਦੱਤ ਨੂੰ ਭੁੱਲ ਸਕਦਾ, ਕੌਣ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ, ਕੌਣ ਜਸਵੰਤ ਸਿੰਘ ਰਾਈ ਨੂੰ ਭੁੱਲ ਸਕਦਾ ਜਿਹਨੇ ਕਵਿਤਾ ਬੋਲ ਬੋਲ ਕੇ ਦੁਨੀਆ ਇਕੱਠੀ ਕਰ ਦਿੱਤੀ, ਮਗਰ ਲਾਤੀ, ਸ਼ਦਾਈ ਕਰ ਦਿੱਤੀ, ਪਰਵਾਨੇ ਬਣਾ ਦਿੱਤੇ। ਕੌਣ ਤਾਇਰ ਸਾਹਿਬ ਨੂੰ ਭੁੱਲ ਸਕਦਾ, ਬਟਾਲੇ ਦੇ ਤੁਹਾਡੇ ਸੀਗੇ, ਉਹਨਾਂ ਨੂੰ ਕੌਣ ਭੁੱਲ ਸਕਦਾ ਜਿਨ੍ਹਾਂ ਕਵਿਤਾ ਬੋਲ ਕੇ ਤੇ ਰਾਤ ਲੁਕੇ ਦਿਨੇ ਲੁਕਣਾ ਤੇ ਰਾਤ ਨੂੰ ਲੋਕਾਂ ਦੇ ਘਰਾਂ 'ਚ ਉਰਦੂ 'ਚ ਲਿਖ ਕੇ ਤੇ ਲੋਕਾਂ ਦੇ ਘਰਾਂ 'ਚ ਕਵਿਤਾ ਪਹੁੰਚਾ। BJP ਨੂੰ ਉਹ ਜਜ਼ਬਾ ਪੈਦਾ ਕਰੇ। ਰੰਧਾਵਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਅੱਜ SGPC ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਮੰਗ ਪੱਤਰ ਦਿੱਤੇ ਜਾ ਰਹੇ ਆ, ਇਹ ਕਹਿ ਕੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ 80% ਜਿਹੜਾ ਸਿੱਖਾਂ ਦੀ ਕੌਮ ਦਾ ਹੱਥ ਸੀ, ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਨੇ, ਤਾਂ ਅੱਜ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਆਜ਼ਾਦੀ ਵਾਲੇ ਦਿਨ। ਇਹ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਅੱਜ ਸੁਖਬੀਰ ਬਾਦਲ ਦੇ ਰਿਹਾ ਕੀ ਗੱਲ, ਇਹ 10 ਸਾਲ ਚੀਫ ਮਿਨਿਸਟਰ ਰਿਹਾ, ਇਹਨੇ ਤੇ ਇੱਕ ਬੰਦਾ ਨਹੀਂ ਛੱਡਿਆ। ਮੈਂ ਕਹਿੰਦਾ ਇੱਕ ਠੋਕ ਕੇ ਕਹਿੰਦਾ ਕਿ ਮੈਂ 7 ਬੰਦੀ ਸਿੰਘ ਛੱਡੇ ਨੇ ਪੰਜਾਬ ਦੇ ਵਿੱਚੋਂ। ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਮੈਂ ਲਿਖ ਕੇ ਭੇਜੇ, 7 ਛੱਡਿਆ। ਇਹ ਅਕਾਲੀ ਦਲ ਵੀ ਦੱਸੇ ਨਾ ਕਿਹੜਾ ਛੱਡਿਆ, ਮੈਂ ਲਿਖ ਕੇ ਭੇਜਿਆ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਜਰੀਵਾਲ ਨੂੰ ਕਿ ਇਹਨੂੰ ਜਿਹੜੀ ਰਿਹਾਈ ਕਰਨੀ ਚਾਹੀਦੀ, ਜਿਸ ਤਰ੍ਹਾਂ ਪੰਜਾਬ ਤੇ ਕੀਤੀ ਆ ਉਸੇ ਤਰ੍ਹਾਂ ਕਰਨੀ ਚਾਹੀਦੀ। ਕੇਜਰੀਵਾਲ ਦੀ ਕੋਈ ਚਿੱਠੀ ਹੈ, ਚਿੱਠੀ ਇਹਨੇ ਨਹੀਂ ਮੈਨੂੰ ਲਿਖੀ, ਨੇ ਤਾਂ ਜਵਾਬ ਹੀ ਨਹੀਂ ਦਿੱਤਾ। ਉੱਥੋਂ ਕਮੇਟੀ ਦੀ ਚਿੱਠੀ ਆ ਗਈ ਮੇਰੇ ਪ੍ਰਿੰਸੀਪਲ ਸੈਕਟਰੀ ਨੂੰ ਕਿ ਇਹਦਾ ਜਿਹੜਾ ਕੇਸ ਰਿਜੈਕਟ ਕੀਤਾ ਜਾਂਦਾ ਹੈ। ਉਹਦੇ ਬਾਅਦ KTS ਤੁਲਸੀ ਨੇ ਅਪੀਲ ਬਣਾਈ
ਉਹ ਭੇਜੀ, ਅੱਜ ਤੱਕ ਉੱਥੋਂ ਦਿੱਲੀ ਦੇ ਤੇ ਹਟ ਜੇ ਕੇਜਰੀਵਾਲ ਨੇ ਛੱਡਣਾ। ਬਾਕੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਵਰਨਮੈਂਟ ਆਫ ਇੰਡੀਆ ਨੂੰ ਸਾਰਿਆਂ 19 ਬੰਦਿਆਂ ਦੀਆਂ ਚਿੱਠੀਆਂ ਲਿਖਵਾਈਆਂ ਕਿ ਇਹਨਾਂ ਨੇ ਆਪਣੀ ਸਜ਼ਾ ਕੱਟ ਲਈ। ਤੇ ਉਸ ਵੇਲੇ ਕੌਣ ਸੀ ਉਸ ਗਵਰਨਮੈਂਟ ਦੇ ਵਿੱਚ? ਸੁਖਬੀਰ ਬਾਦਲ ਦੀ ਧਰਮ ਪਤਨੀ। ਕੀ ਸਮੇਂ ਤੋਂ ਫਿਰ ਸਿਆਸਤ ਹੋ ਰਹੀ ਹੈ ਇਹਨਾਂ ਦੇ? ਯਾਰ ਅਕਾਲੀ ਦਲ ਬਿਨਾਂ ਸਿਆਸਤ ਤੋਂ ਕਰਦਾ ਕੀ ਆ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕੱਲ ਵਿਰਸਾ ਵਲਟੋਆ ਪ੍ਰੈਸ ਕਾਨਫਰੰਸ ਕਰ ਰਿਹਾ, ਯਾਰ ਉਹਦਾ ਕੋਈ ਲੈਵਲ ਹੈਗਾ? ਕਿੱਥੇ ਬੈਠਦਾ ਹੁੰਦਾ ਸੀ? ਉੱਥੇ ਵੱਡੇ ਵੱਡੇ ਲੀਡਰ ਬੈਠੇ ਹੁੰਦੇ ਸੀ, ਤੇ ਅੱਜ ਉਹ ਜਿਹੜੀ ਲਾਈਨ ਬੈਠੀ ਸੀ ਉਹ ਪ੍ਰੈਸ ਕਾਨਫਰੰਸ ਕਰਨ ਦੇ ਕਾਬਲ ਹੈਗੀ ਆ? ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਏ ਗਏ। ਮੈਂ ਇੱਕ ਮਿੰਟ, ਉਹ ਕੋਈ ਹੈਗੀ ਆ ਕਿ ਜਿਹੜੀ ਚੀਜ਼ਾਂ ਨੇ? ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਬਾਦਲ ਨੂੰ ਇਲੈਕਸ਼ਨ ਲੜਾਉਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਸੇ ਦਿਨ ਖਾਤਮਾ ਹੋ ਗਿਆ। ਸਾਹਿਬ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਏ ਗਏ ਸੀ ਕਿ ਵਿਕਰਮ ਮਜੀਠੀਆ ਜਿਹੜਾ ਕਹਿੰਦੇ ਪਰਚਾ ਦਰਜ ਹੋਇਆ, ਸੱਚ ਦੀ ਜਿੱਤ ਹੋਈ ਆ। ਵਿਕਰਮ ਮਜੀਠੀਆ 5.5 ਮਹੀਨੇ ਬਾਅਦ ਬਾਹਰ ਆ ਗਏ ਜੀ। ਉਹ ਬਰੀ ਹੋ ਕੇ ਆ ਗਏ ਨੇ? ਤੁਸੀਂ ਜਵਾਬ ਦੇ ਦਿਓ। ਨਹੀਂ ਜ਼ਮਾਨਤ ਮਿਲੀ ਨਹੀਂ, ਤੁਸੀਂ ਮੈਨੂੰ ਸਵਾਲ ਕੀਤਾ ਕਿ ਬਾਹਰ ਆ ਗਏ ਨੇ, ਜ਼ਮਾਨਤ ਮਿਲ ਗਈ ਉਹਨਾਂ ਨੂੰ। ਤੇ ਜ਼ਮਾਨਤ ਜਿਹੜੀ ਆ ਉਹ ਤੇ ਜਿਹੜੇ ਕਾਤਲ ਹੁੰਦੇ ਆ ਉਹਨਾਂ ਨੂੰ ਵੀ 3 ਸਾਲ ਬਾਅਦ ਮਿਲ ਜਾਂਦੀ ਆ, ਤੇ ਫਿਰ ਜਾ ਕੇ ਉਹਨਾਂ ਨੂੰ ਸਜ਼ਾ ਹੁੰਦੀ ਆ। ਜ਼ਮਾਨਤ ਜਿਹੜੀ ਆ ਉਹ ਮਾਫੀ ਨਹੀਂ। ਤੇ ਦੂਸਰੀ ਚੀਜ਼ ਮੈਂ ਕਹਿ ਦੇਣ ਕਿ ਸਿਆਸੀ ਬਦਲਾਖੋਰੀ ਨਹੀਂ ਸੀ। ਬਿਕਰਮਜੀਤ ਸਿੰਘ ਮਜੀਠੀਆ ਥੱਲੜੀ ਅਦਾਲਤ ਤੋਂ ਚੱਲਿਆ ਕਿ ਮੇਰੀ ਜ਼ਮਾਨਤ ਦਿੱਤੀ ਜਾਏ, ਮੈਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ। ਉਹਦੇ ਬਾਅਦ ਉਹਨੇ ਕੁਐਸ਼ਨ ਪਾਈ ਹਾਈ ਕੋਰਟ ਦੇ ਵਿੱਚ ਕਿ ਇਹ ਪਰਚਾ ਗਲਤ ਹੈ, ਇਹਨੂੰ ਕੈਂਸਲ ਕੀਤਾ ਜਾਵੇ। ਤੁਹਾਨੂੰ ਸਾਰਿਆਂ ਨੂੰ ਪਤਾ। ਉਹਦੇ ਬਾਅਦ ਸੁਪਰੀਮ ਕੋਰਟ 'ਚ ਗਿਆ, ਤੇ ਜੇ ਸਿਆਸੀ ਬਦਲਾਖੋਰੀ ਹੁੰਦੀ ਤੇ ਸੁਪਰੀਮ ਕੋਰਟ ਨੇ ਇਹਨੂੰ ਐਂਟੀਸਪੇਟਰੀ ਵੀ ਦੇਣੀ ਸੀ, ਤੇ ਉਹ ਵੀ ਕਰਨ। ਉਹਨੇ ਆਖਿਆ ਜਾ ਕੇ ਅਦਾਲਤ 'ਚ ਪੇਸ਼ ਹੋ, ਆਪਣੇ ਆਪ ਨੂੰ ਪੇਸ਼ ਕਰ, ਨਾ ਕਿ ਇੱਕ ਸਿਆਸੀ ਬਦਲਾਖੋਰੀ ਆ ਜੋ ਕੇਸ ਸੀ ਉਹਦੇ 'ਚ। ਇਹ ਜ਼ਰੂਰ ਮੈਂ ਕਹਿ ਸਕਦਾ ਕਿ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ, ਇਹਨੇ ਕੇਸ ਪੂਰੇ ਤਰੀਕੇ ਨਾਲ ਲੜਿਆ ਨਹੀਂ। ਇਹਨੇ SIT ਚੇਂਜ ਕੀਤੀ, ਉਸ SIT ਨੇ ਆਪਣਾ ਜਵਾਬ ਵੀ ਹਾਈ ਕੋਰਟ 'ਚ ਨਹੀਂ ਦੇ ਸਕੀ। ਇਹਦੇ ਪਿੱਛੇ ਕੀ ਲੁਕਵਾਂ ਇਹਨਾਂ ਦਾ ਏਜੰਡਾ 75-25 ਦੀ ਜਿਹੜੀ ਖੇਡ ਸੀ ਉਹ ਹੁਣ ਅਸਲੀ ਉਹ ਨੰਗੀ ਹੋਈ ਆ। ਜਿਹੜੀ ਕੇਜਰੀਵਾਲ ਨੇ ਮਾਫੀ ਮੰਗੀ ਸੀ, ਉਸ ਮਾਫੀ ਦਾ ਮੁਆਵਜ਼ਾ ਜਿਹੜਾ ਉਹਨੇ ਬਿਕਰਮ ਮਜੀਠੀਆ ਨੂੰ ਬੇਲ ਕਰਵਾ ਕੇ ਦਿੱਤਾ। ਇਹਦੇ ਬਾਰੇ ਸਾਨੂੰ ਸਵਾਲ ਪੁੱਛਣ ਦੀ ਬਜਾਏ ਤੁਹਾਨੂੰ ਮੈਂ ਪ੍ਰੈਸ ਵਾਲਿਆਂ ਨੂੰ ਕਹਿਣਾ ਕਿ 800 ਕਰੋੜ ਵੱਲ ਨਾ ਵੇਖੋ, ਜਿਹੜਾ ਇਹਨਾਂ ਨੇ ਮੀਡੀਆ ਲਈ ਰੱਖ ਦਿੱਤਾ, ਐਡਵਰਟਾਈਜ਼ਮੈਂਟ ਲਈ ਰੱਖਦਾ। ਇਹ ਵੇਖੋ ਕਿ ਆਹ ਝੰਡਾ ਕਿਵੇਂ ਬਰਕਰਾਰ ਰੱਖਣਾ। ਉਹ ਪਾਕਿਸਤਾਨ ਵੱਲ ਵੇਖੋ, ਉਧਰ ਨੂੰ ਵੇਖੋ ਕਿ ਜਿੱਥੋਂ ਚਿੱਟਾ ਆਉਂਦਾ ਉਹਦੇ ਵੱਲ ਨੂੰ ਵੇਖੀਏ। ਮੈਨੂੰ ਪੁੱਛਣ ਦੀ ਬਜਾਏ ਐਡਵੋਕੇਟ ਜਨਰਲ ਨੂੰ ਪੁੱਛੋ ਕਿ ਕਿਉਂ ਨਹੀਂ ਜਾ ਕੇ ਕੇਸ ਲੜਿਆ। ਹੋਮ ਮਿਨਿਸਟਰ ਭਗਵੰਤ ਮਾਨ ਉਹਨੂੰ ਪੁੱਛੋ ਤੇਰੇ ਡਿਪਾਰਟਮੈਂਟ 'ਚ ਕਿਉਂ ਨਹੀਂ ਕੇਸ ਲੜਿਆ ਗਿਆ, ਕਿੱਦਾਂ ਇਹ ਬਾਹਰ ਆਇਆ। ਸਾਨੂੰ ਸਵਾਲ ਨਹੀਂ, ਮੈਨੂੰ ਉਸ ਦਿਨ ਪੁੱਛਣਾ ਸੀ ਜਿਸ ਦਿਨ ਮੈਂ ਹੋਮ ਮਿਨਿਸਟਰ ਸੀ। ਉਦੋਂ ਮੈਂ ਤੁਹਾਡੀ ਇੱਕ ਗੱਲ ਦਾ ਜਵਾਬ ਦਿੰਦਾ। ਦੂਸਰੀ ਚੀਜ਼ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਸ ਦਿਨ 24 ਮਾਰਚ ਨੂੰ ਉਹਨੇ ਸਰੈਂਡਰ ਕੀਤਾ, ਉਸ ਦਿਨ ਕੋਡ ਆਫ ਕੰਡਕਟ ਸੀਗਾ, ਉਹਨਾਂ ਨੇ ਉਹਦਾ ਲੈਣਾ ਸੀ। ਤੇ ਬਾਅਦ 'ਚ ਇਹਨਾਂ ਦੀ ਸਰਕਾਰ 4 ਮਹੀਨੇ ਇਹਨਾਂ ਦੀ ਸਰਕਾਰ ਬਣੀ ਹੋਣੀ, ਕਿਉਂ ਨਹੀਂ ਬਿਕਰਮ ਮਜੀਠੀਆ ਦਾ ਇਹਨਾਂ ਕਸਟੋਡੀਅਲ ਰਿਮਾਂਡ ਰਿਹਾ? ਕਿਉਂ ਨਹੀਂ ਜੇਲ੍ਹ 'ਚੋਂ ਸੱਦ ਕੇ ਇਹਦੇ ਕੋਲ ਪੁੱਛਗਿੱਛ ਕੀਤੀ ਗਈ? ਇਹਦੇ ਬਾਰੇ ਜੇ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਮੰਗਾ ਸਕਦੇ ਨੇ, ਦੂਸਰੇ ਨੂੰ ਮੰਗਵਾ ਸਕਦੇ, ਤੇ ਸ਼ਰਮ ਵਾਲੀ ਗੱਲ ਇਹ ਆ ਕਿ ਉਹਨਾਂ ਨੂੰ ਏਡੇ 20-20, 25-25, 40-40 ਹਜ਼ਾਰ ਦੀ ਟੀ-ਸ਼ਰਟ ਤੇ ਜੀਨ ਪਾ ਕੇ ਉਹਨਾਂ ਨੂੰ ਪੇਸ਼ ਕਰ ਰਿਹਾ। ਯਾਰ ਇਹਦੇ ਤੋਂ ਵੱਧ ਲਾਹਨਤ ਵਾਲੀ ਕਿਹੜੀ ਗੱਲ ਹੈ ਕਿ ਇੱਕ ਗੁੰਡੇ ਨੂੰ ਏਡੇ ਵਧੀਆ ਤਰੀਕੇ ਨਾਲ ਰੱਖਿਆ ਜਾ ਰਿਹਾ।